साहिब जी। मन चाओ पाया प्रभ आगम सुनिया, हर मंगल गाओ सखी गृह मंदिर बढ़िया। हर गाओ मंगल नित सखिए, सोग दुख न व्यापे। गुर चरण लागे दिन सभागे, अपना फिर जापे। अनहत बाणी गुर शब्द जानी, हर नाम रस भोगो। कह नानक प्रभ आप मिलया, करण कारण जोगो। प्रभ आगम सुनिया जी, मेरे मन चाओ पाया। प्रभ आगम सुनिया जी, मेरे मन चाओ पाया। प्रभ आगम आगम सुनिया, आगम सुनिया, आगम सुनिया, आगम सुनिया। आगम सुनिया, आगम सुनिया, आगम सुनिया, आगम सुनिया, आगम सुनिया। प्रभ आगम सुनिया जी, मेरे मन चाओ पाया। प्रभ आगम सुनिया जी, मेरे मन चाओ पाया। परम सत्कार सतगुरां दी साजी और निवाजी हुई गुरु प्यारी गुरु सवारी साध संगत जी, रसना पवित्र करो। गुरु महाराज जी की फतेह नाल सांझ पाओ। सारे एक बारी गज के आखो जी, वाहिगुरु जी का खालसा, वाहिगुरु जी की फतेह। साध संगत, काफ़ी समय तो आप सतगुरां दे सचखंड दरबार दीयां हाजरियां भरदे होए गुरबाणी दे कीर्तन और गुरमत दीयां विचारां दा आनंद मान रहे। साहिब गुरु नानक देव जी महाराज जी का जन्म दिहाड़ा जो अज बड़ी शरधा के नाल संसार के कोने कोने दे विच मनाया जा रहा है। अमृत वेले तो आप गुरु की पवित्र बाणी गुरबाणी नाल जुड़ बैठे हो। तकरीबन पौना घंटा अपने पास बाकी है। इस समय में सफला करन दी आपां कोशिश करिए। साध संगत, अज कत्तक का महीना जो कि आरंभ होया, माफ करो, मगर का महीना जो कि आरंभ होया। आप जिवें कुछ महीनों तो हर एक महीने की विचार करते हैं। जिन्नी क महाराज बख्शिश करन, जिन्नी क सोझी बख्शन, आप उन्नी क विचार करने की कोशिश करते हैं तां जो कि आप गुरु महाराज जी के विचार नूं समझ सकीए कि महाराज कहना की चाहते हैं, समझाउणा की चाहते हैं। क्योंकि गुरु महाराज जी के बचन सुनन नाल ही जिंदगी सफला हुंदी है। जे अगर आप ये सोचिए कि सिर्फ मत्था टेक के साडा सर जूगा, बस मत्था टेकिया और घरां नूं चले गए, इहदे नाल ना तो साडी रूह खुश हुंदी है और ना ही साडा गुरु खुश हुंदा। सो कोशिश करिए आप गुरु महाराज जी के बचनों नूं समझण दी, विचारन दी। पहला आप पहली पातशाही दा
ਜੋ ਕਿ ਤੁਖਾਰੀ ਰਾਗ ਦੇ ਵਿੱਚ ਉਹਨਾਂ ਨੇ ਮਾਘ ਦੇ ਮਹੀਨੇ ਦੇ ਬਾਰੇ ਜੋ ਬਚਨ ਕੀਤੇ ਹਨ ਉਹਦੇ ਬਾਰੇ ਵਿਚਾਰ ਕਰਕੇ ਥੋੜ੍ਹੀ ਜਿਹੀ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਿਹਾੜੇ ਨੂੰ 5-10 ਮਿੰਟ ਲਈ ਵਿਚਾਰ ਕਰਕੇ ਫਿਰ ਆਪਾਂ ਜੋ ਪੰਜੇ ਪਿਤਾ ਨੇ ਗੁਰਬਾਣੀ ਰਚੀ ਫਿਰ ਉਹਦੇ ਬਾਰੇ ਆਪਾਂ ਅੱਗੇ ਵਿਚਾਰ ਕਰਾਂਗੇ, ਜੋ ਮਾਘ ਦੇ ਮਹੀਨੇ ਦੇ ਵਿੱਚ ਉਹਨਾਂ ਨੇ ਗੁਰਬਾਣੀ ਰਚੀ। ਪਹਿਲੇ ਪਾਤਸ਼ਾਹ ਕੀ ਕਹਿੰਦੇ ਨੇ? ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ। ਮਹਾਰਾਜ ਕਹਿੰਦੇ ਨੇ ਕਿ ਮਾਘ ਦੇ ਮਹੀਨੇ ਦੇ ਵਿੱਚ ਲੋਕ ਪ੍ਰਯਾਗ ਆਦਿ ਤੇ ਮਤਲਬ ਕਿ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਪਵਿੱਤਰ ਸਥਾਨਾਂ ਨੂੰ, ਜਿਹੜਾ ਪ੍ਰਯਾਗ ਪਵਿੱਤਰ ਸਥਾਨ ਮੰਨਦੇ ਨੇ ਹਿੰਦੂ ਸਨਾਤਨ ਧਰਮ ਦੇ ਵਿੱਚ, ਉੱਥੇ ਜਾ ਕੇ ਇਸ਼ਨਾਨ ਕਰਦੇ ਨੇ। ਪਰ ਮਹਾਰਾਜ ਕਹਿੰਦੇ ਨਹੀਂ, ਅਸਲ ਦੇ ਵਿੱਚ ਆਪਣੇ ਅੰਦਰਲੇ ਬਾਹਰ ਜਿਹੜੇ ਤੀਰਥ ਨੇ ਉਹ ਤੇ ਬੰਦਾ ਘੁੰਮਦਾ ਫਿਰਦਾ ਵਾ, ਜਾਂਦਾ ਵਾ, ਇਸ਼ਨਾਨ ਕਰਦਾ, ਉਹਦੇ ਨਾਲ ਹੋਰ ਅਹੰਕਾਰ ਹੁੰਦਾ। ਪਰ ਜਿਹੜਾ ਅੰਦਰਲਾ ਤੀਰਥ ਹੈ ਕਿ ਅਸੀਂ ਜੋ ਕਰਦੇ ਹਾਂ, ਕਰਾਉਂਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ, ਕਿ ਅਸੀਂ ਇਸ ਚੀਜ਼ ਦੀ ਸਾਨੂੰ ਯਾਤਰਾ ਕਰਨੀ ਚਾਹੀਦੀ, ਅਸੀਂ ਕੀ ਕਰਦੇ ਹਾਂ ਤਾਂ ਜੋ ਕਿ ਸਾਡਾ ਮਨ ਅੰਦਰਲਾ ਸਾਫ਼ ਹੋਵੇ। ਮਹਾਰਾਜ ਕੀ ਕਹਿੰਦੇ ਨੇ? ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ, ਕਿ ਜਿਸ ਜੀਵ ਨੇ ਆਪਣੇ ਹਿਰਦੇ ਵਿੱਚ ਹੀ ਤੀਰਥ ਪਛਾਣ ਲਿਆ ਉਸ ਦੀ ਜਿੰਦ ਪਵਿੱਤਰ ਹੋ ਜਾਂਦੀ। ਜਿਹਨੇ ਆਪਣੇ ਆਪ ਨੂੰ ਪਹਿਚਾਣ ਲਿਆ, ਆਪਣੀ ਗਲਤੀਆਂ ਨੂੰ ਪਹਿਚਾਣ ਲਿਆ, ਉਹਦੀ ਜਿੰਦ ਹੀ ਪਵਿੱਤਰ ਹੋ ਗਈ। ਉਸਨੂੰ ਪਤਾ ਲੱਗ ਗਿਆ ਕੀ ਸਹੀ ਕੀ ਗਲਤ। ਅੱਗੇ ਕੀ ਮਹਾਰਾਜ ਕਹਿੰਦੇ ਨੇ? ਸਾਜਨ ਸਹਿਜ ਮਿਲੇ ਗੁਣ ਗਏ ਅੰਕ ਸਮਾਨਿਆ। ਜੋ ਵੀ ਜੀਵ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿੱਚ ਵਸਾ ਕੇ ਉਸ ਦੇ ਚਰਨਾਂ ਵਿੱਚ ਲੀਨ ਹੁੰਦਾ ਹੈ, ਉਹ ਅਡੋਲ ਅਵਸਥਾ ਵਿੱਚ ਟਿਕ ਜਾਂਦਾ ਹੈ, ਜਿੱਥੇ ਉਸ ਨੂੰ ਸੱਜਣ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਮਨ ਖੁਸ਼ ਹੁੰਦਾ, ਆਪਾਂ ਕਹਿੰਦੇ ਨਾ ਮਨ ਖੁਸ਼ ਤੇ ਜਗ ਖੁਸ਼, ਮਨ ਖੁਸ਼ ਤੇ ਰੱਬ ਖੁਸ਼। ਭਾਵ ਕਿ ਗਲਤੀ ਕਰਨ ਦੇ ਨਾਲ ਕਦੇ ਆਪਾਂ ਕਹਿ ਦਿੰਦੇ ਹਾਂ ਮਨ ਖੁਸ਼ ਹੋਇਆ, ਬੜਾ ਖੁਸ਼ ਹੋ ਗਿਆ, ਮੈਂ ਸੁਖੀ ਹਾਂ ਹੁਣ ਗਲਤੀ ਕਰਕੇ, ਪਰ ਨਹੀਂ, ਕਿਤੇ ਨਾ ਕਿਤੇ ਉਹਦਾ ਡਰ ਹਮੇਸ਼ਾ ਰਹਿੰਦਾ ਮਨ ਦੇ, ਜਿਸ ਕਰਕੇ ਸੁਖੀ ਨਹੀਂ। ਸੁਖੀ ਉਦੋਂ ਆ ਜਦੋਂ ਕਿਸੇ ਚੀਜ਼ ਦਾ ਡਰ ਨਾ ਹੋਵੇ। ਅੱਗੇ ਮਹਾਰਾਜ ਕੀ ਕਹਿੰਦੇ ਨੇ? ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵਾ ਸਰਨਾਵਾ। ਕਿ ਮਹਾਰਾਜ ਕਹਿੰਦੇ ਕਿ ਹੇ ਸੋਹਣੇ ਪ੍ਰੀਤਮ ਪ੍ਰਭੂ, ਜੇ ਤੇਰੇ ਗੁਣ ਮੈਂ ਆਪਣੇ ਹਿਰਦੇ ਵਿੱਚ ਵਸਾ ਕੇ ਤੇਰੀ ਸਿਫਤ ਸਲਾਹ ਸੁਣ ਕੇ ਤੈਨੂੰ ਚੰਗਾ ਲੱਗਣ ਲੱਗ ਪਵਾਂ ਤਾਂ ਮੈਂ ਤੀਰਥ ਉੱਤੇ ਇਸ਼ਨਾਨ ਕਰ ਲਿਆ ਹੈ। ਜੇ ਮੈਂ ਤੇਰੇ ਗੁਣਾਂ ਦੇ ਉੱਪਰ, ਤੇਰੇ ਕਹੇ ਹੋਏ ਬਚਨਾਂ ਦੇ ਉੱਪਰ ਚੱਲ ਰਿਹਾ ਵਾਂ, ਜਿਵੇਂ ਤੂੰ ਕਹਿ ਰਿਹਾ ਉਵੇਂ ਮੈਂ ਕਰ ਰਿਹਾ ਵਾਂ, ਤਾਂ ਇੱਕ ਹਿਸਾਬ ਨਾਲ ਮੈਂ ਤੀਰਥ ਦਾ ਇਸ਼ਨਾਨ ਹੀ ਕਰ ਰਿਹਾ ਵਾਂ। ਅੱਗੇ ਮਹਾਰਾਜ ਕਹਿੰਦੇ ਨੇ ਕਿ ਗੰਗ ਜਮੁਨ ਤਹਿ ਬੇਣੀ ਸੰਗਮ ਸਾਤ ਸਮੁੰਦ ਸਮਾਵਾ ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ। ਮਹਾਰਾਜ ਕੀ ਕਹਿੰਦੇ ਨੇ ਕਿ ਤੇਰੇ ਚਰਨਾਂ ਵਿੱਚ ਲੀਨਤਾ ਵਾਲੀ ਅਵਸਥਾ ਹੀ ਗੰਗਾ ਜਮਨਾ ਸਰਸਵਤੀ ਤਿੰਨਾਂ ਨਦੀਆਂ ਦਾ ਮਿਲਾਪ ਥਾਂ ਹੈ, ਕਿ ਜਿੱਥੇ ਤੇਰੀ ਗੱਲ ਹੋਵੇ, ਤੇਰੀ ਗੱਲ ਨੂੰ ਮੰਨਿਆ ਜਾਵੇ, ਉਹੀ ਉਸ ਦਾ ਕੇਂਦਰ ਹੈ, ਤੇਰਾ ਸਥਾਪਿਤ ਕੇਂਦਰ ਹੈ, ਉਹੀ ਤੇਰੀ ਬੇਣੀ ਹੈ। ਰੁਕਣਾ ਥੋੜੀ ਦੇਰ। ਉੱਥੇ ਹੀ ਮੈਂ ਸੱਤੇ ਸਮੁੰਦਰ ਸਮਾਏ ਮੰਨਦਾ ਹਾਂ। ਜਿਸ ਮਨੁੱਖ ਨੇ ਹਰੇਕ ਯੁੱਗ ਵਿੱਚ ਵਿਆਪਕ ਪਰਮੇਸ਼ਰ ਨਾਲ ਸਾਂਝ ਪਾ ਲਈ, ਉਸਨੇ ਤੀਰਥ ਇਸ਼ਨਾਨ, ਸਾਰੇ ਪੁੰਨ ਕਰਮ, ਦਾਨ ਤੇ ਪੂਜਾ ਕਰਮ ਵੀ ਕਰ ਲਏ। ਜਿਸਨੇ ਉਸ ਗੁਰੂ ਦੇ ਬਚਨਾਂ ਦੇ ਨਾਲ ਸਾਂਝ ਪਾਈ ਹੈ, ਉਹਦੇ ਲਈ ਉਹੀ ਤੀਰਥ ਇਸ਼ਨਾਨ, ਉਹੀ ਤੀਰਥ ਜਿੱਥੇ ਉਸਨੇ ਇਸ਼ਨਾਨ ਕਰਨਾ, ਭਾਵ ਕਿ ਗੁਰੂ ਦੇ ਬਚਨਾਂ ਦੇ ਵਿੱਚ ਇਸ਼ਨਾਨ ਕਰਨਾ। ਅੱਗੇ ਮਹਾਰਾਜ ਕੀ ਕਹਿੰਦੇ ਨੇ ਅਖੀਰ ਦੇ ਵਿੱਚ? ਨਾਨਕ ਮਾਘ ਮਹਾਰਸ ਹਰ ਜਪ 68 ਤੀਰਥ ਨਾਤਾ। ਕਿ ਹੇ ਨਾਨਕ, ਮਾਘ ਮਹੀਨੇ ਵਿੱਚ ਤੀਰਥ ਇਸ਼ਨਾਨ ਆਦਿਕ ਦੇ ਥਾਂ ਜਿਸਨੇ ਪ੍ਰਭੂ ਦਾ ਨਾਮ ਸਿਮਰ ਕੇ ਪ੍ਰਭੂ ਨਾਮ ਦਾ ਮਹਾਰਸ ਪੀ ਲਿਆ ਹੈ, ਉਸਨੇ 18 ਹੀ ਤੀਰਥਾਂ ਦਾ ਇਸ਼ਨਾਨ ਕਰ ਲਿਆ। ਕਿ ਉਹਦੇ ਜਿਹਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਮਝਿਆ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਜਾਣਿਆ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਬਚਨਾਂ ਤੇ ਚੱਲਦਾ ਹੈ,
ਮਾਨੋ ਉਸਨੇ 18 ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ। ਸੋ ਸਾਧ ਸੰਗਤ, ਆਓ ਥੋੜੀ ਦੇਰ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ 10-15 ਮਿੰਟ ਵਿਚਾਰ ਕਰੀਏ। ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ, ਮਨ ਸ਼ਾਂਤ ਆਈ ਵਜੀ ਵਧਾਈ, ਨਹ ਅੰਤ ਜਾਈ ਪਾਇਆ। ਜਿਨ੍ਹਾਂ ਦੇ ਸੰਸਾਰ ਤੇ ਸਰੀਰ ਕਰਕੇ ਜਨਮ ਲਿਆ, ਪਾਪਾਂ ਨੂੰ ਹਦਾਇਤ ਹੋ ਜਾਵੇ ਕਿ ਦੌੜ ਜਾਓ। ਸਾਧ ਸੰਗਤ, ਉਹਨਾਂ ਦੇ ਆਗਮਨ ਤੇ ਸੰਸਾਰ ਦੇ ਜੀਵਨ ਨੂੰ ਪ੍ਰਸੰਨਤਾ ਹੁੰਦੀ ਹੈ। ਲੋਕੀ ਇੱਕ ਦੂਸਰੇ ਨੂੰ ਵਧਾਈਆਂ ਮੁਬਾਰਕਾਂ ਦਿੰਦੇ ਨੇ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਸੰਸਾਰ ਤੇ ਪ੍ਰਗਟ ਹੋਣ ਦੇ ਨਾਲ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ, ਪਾਪਾਂ ਦੀ ਧੁੰਦ ਛੱਡ ਗਈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਨਮ ਲੈਣ ਦੇ ਨਾਲ ਪਾਖੰਡ ਦੇ ਟਿਮਟਿਮਾਉਂਦੇ ਤਾਰੇ ਅਲੋਪ ਹੋ ਗਏ। ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਜਿਹੜਾ ਗੁਰੂ ਦਾ ਲਫ਼ਜ਼ੀ ਅਰਥ ਹੈ, ਫਾਰਸੀ ਦਾ ਲਫ਼ਜ਼ ਹੈ ਗੂ ਔਰ ਰੂ, ਦੋ ਅੱਖਰਾਂ ਦਾ ਸੁਮੇਲ ਹੈ। ਗੂ ਗਿਆਨ, ਰੂ ਪ੍ਰਕਾਸ਼। ਜਿਨ੍ਹਾਂ ਨੇ ਅਗਿਆਨਤਾ ਦਾ ਹਨੇਰਾ ਦੂਰ ਕੀਤਾ ਔਰ ਸੰਸਾਰ ਨੂੰ ਗਿਆਨ ਦੀ ਰੋਸ਼ਨੀ ਬਖਸ਼ੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਤੇ ਸਾਧ ਸੰਗਤ, ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲੇ ਸੂਰਜਵਤ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਸੰਸਾਰ ਤੇ ਪ੍ਰਗਟ ਹੋਏ, ਫਿਰ ਇਹ ਧਰਤੀ ਸਮੁਚਾਈ ਬੇਦੀ ਖਾਨਦਾਨ, ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ, ਜਿਨ੍ਹਾਂ ਦੇ ਪੂਰਬਲੇ ਜਨਮਾਂ ਦੀ ਤਪੱਸਿਆ ਪ੍ਰਫੁੱਲਤ ਹੋਈ, ਜਿਸ ਖਾਨਦਾਨ ਦੀ ਬਾਬਤ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਫਰਮਾਉਂਦੇ ਨੇ, ਜਿਨ੍ਹਾਂ ਦੇ ਵੱਡੇ ਵਡੇਰਿਆਂ ਨੇ ਕਿਸੇ ਵੇਲੇ ਕਾਂਸੀ ਜਾ ਕੇ ਸੰਸਕ੍ਰਿਤ ਵੀ ਪੜ੍ਹੀ, ਧਾਰਮਿਕ ਗ੍ਰੰਥਾਂ ਦਾ ਵੀ ਅਧਿਐਨ ਕੀਤਾ। ਸਿਰਫ ਉਹਨਾਂ ਦੇ ਅਧਿਐਨ ਤੱਕ ਸੀਮਿਤ ਨਹੀਂ ਰਹੇ, ਮਨ ਧਰਮ ਵੀ ਕਮਾਇਆ, ਧਰਮ ਸਥਾਪਿਤ ਵੀ ਕੀਤਾ ਉਹਨਾਂ ਬੇਦੀਆਂ ਦੇ ਕੁਲ ਦੇ ਵਿੱਚ। ਤੇ ਸਾਧ ਸੰਗਤ, ਅੱਜ ਦੇ ਦਿਹਾੜੇ, ਅੱਜ ਦੇ ਦਿਨ, ਭਾਵ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਕਾਸ਼ਵਾਨ ਹੋਏ। ਉਹਨਾਂ ਦੇ ਉਹਨੂੰ ਆਪਾਂ ਜਨਮ ਵੀ ਕਹਿ ਦਿੰਦੇ, ਅਵਤਾਰ ਵੀ ਕਹਿ ਦਿੰਦੇ, ਪਰ ਇਹ ਲਫ਼ਜ਼ ਬਹੁਤੇ ਆਦਰ ਬੋਧਕ ਨਹੀਂ। ਕਾਰਜ ਸਿੱਧੀ ਵਾਸਤੇ ਇਹਨਾਂ ਦਾ ਇਸਤੇਮਾਲ ਜ਼ਰੂਰ ਕੀਤਾ ਜਾਂਦਾ ਹੈ, ਪਰ ਜਿਹੜਾ ਸਭ ਤੋਂ ਢੁਕਵਾਂ ਲਫ਼ਜ਼ ਹੈ ਉਹਨਾਂ ਦੇ ਸੰਸਾਰ ਦੇ ਆਗਮਨ ਦੀ ਬਾਬਤ, ਉਹ ਹੈ ਉਹਨਾਂ ਦਾ ਪ੍ਰਕਾਸ਼। ਤਹੀ ਪ੍ਰਕਾਸ਼ ਹਮਾਰਾ ਪਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਉਹ ਹੁੰਦਾ ਉਹਨਾਂ ਦਾ ਪ੍ਰਗਟ ਹੋਣਾ, ਕਿਉਂਕਿ ਗੁਰੂ ਜੋਤ ਰੂਪ ਹੈ। ਜੋਤ ਹਮੇਸ਼ਾ ਪ੍ਰਕਾਸ਼ਮਾਨ ਹੁੰਦੀ ਹੈ, ਜੋਤ ਹਮੇਸ਼ਾ ਪ੍ਰਗਟ ਹੋਇਆ ਕਰਦੀ ਹੈ। ਤਿੰਨ ਬੇਦਿਨ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਪ੍ਰਗਟ ਹੋਏ ਨੇ ਸਭ ਸਿੱਖਣ ਕੋ ਸੁਖ ਦੇ ਜੈ ਤੇ ਪਏ ਸਹਾਇ। ਭਾਈ ਗੁਰਦਾਸ ਜੀ ਕਹਿ ਰਹੇ ਨੇ, ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਗੁਰੂ ਨਾਨਕ ਜੀ ਪ੍ਰਗਟ ਹੋਏ, ਪਾਪਾਂ ਵਾਲੀ ਧੁੰਦ ਮਿਟ ਗਈ। ਗੁਰੂ ਨਾਨਕ ਜੀ ਪ੍ਰਗਟ ਹੋਏ, ਪਾਪਾਂ ਵਾਲੀ ਧੁੰਦ ਮਿਟ ਗਈ। ਪ੍ਰਗਟ ਹੋਏ, ਪਾਪਾਂ ਵਾਲੀ ਧੁੰਦ
वाह वाह पापा वाली धुंध मिट गई। नानक जी प्रगट होए पापा वाली धुंध मिट गई। गुरु नानक जी प्रगट होए पापा वाली धुंध मिट गई। ਤੇ ਸਾਧ ਸੰਗਤ ਵਿਦਵਾਨਾਂ ਨੇ 6 ਪ੍ਰਕਾਰ ਦੇ ਅਵਤਾਰ ਮੰਨੇ ਹਨ। ਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਵੇਂ ਉਹਨਾਂ ਦੀ ਸ਼੍ਰੇਣੀ ਆਮ ਅਵਤਾਰਾਂ ਦੇ ਵਿੱਚ ਨਹੀਂ, ਉਹਨਾਂ ਦੀ ਹਸਤੀ ਬਾਬਤ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਥਨ ਕੀਤਾ ਹੈ। ਸਭ ਤੇ ਵੱਡਾ ਸਤਿਗੁਰੂ ਨਾਨਕ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਉਹਨਾਂ ਦੀ ਹਸਤੀ ਦੇ ਨਾਲ ਕਿਸੇ ਹੋਰ ਅਵਤਾਰ ਦੀ ਤੁਲਨਾ ਨਹੀਂ ਹੋ ਸਕਦੀ। ਜਿਹੜੇ ਨਿਤ ਅਮਿਤ ਪੂਰਨ ਅਵਤਾਰ ਮੰਨੇ ਨੇ ਵਿਦਵਾਨਾਂ ਨੇ, ਜੇ ਆਪਾਂ ਵਿਚਾਰ ਕਰਨੀ ਹੋਵੇ ਇਹਦੇ ਵਾਸਤੇ ਬੜਾ ਲੰਮਾ ਸਮਾਂ ਚਾਹੀਦਾ ਹੈ। ਪਰ ਆਪਾਂ ਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਿਹੜੇ ਹਸਤੀ, ਜਿਹੜੀ ਸ਼੍ਰੇਣੀ ਉਹਨਾਂ ਦੀ ਹੈ, ਉੱਥੋਂ ਤੱਕ ਹੀ ਆਪਾਂ ਗੱਲ ਕਰਨੀ ਹੈ। ਬਾਕੀ ਅਵਤਾਰ ਜਿੰਨੇ ਮਰਜ਼ੀ ਹੋਏ ਨੇ, ਜਿੰਨੇ ਮਰਜ਼ੀ ਗਏ ਨੇ, ਦੁਆਪਰ ਯੁੱਗ ਦੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਵਿਸ਼ਨੂੰ ਦੇ ਅਵਤਾਰ ਮੰਨੇ ਗਏ ਨੇ। ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ, ਉਹ 16 ਕਲਾ ਸੰਪੂਰਨ ਮੰਨੇ ਗਏ ਨੇ। ਪਰ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਹਸਤੀ ਹੈ, ਉਹਨਾਂ ਦੀ ਕਲਾ ਦੀ ਕੋਈ ਗਿਣਤੀ ਹੀ ਨਹੀਂ। ਉਹ 16 ਕਲਾ ਭਰਪੂਰ ਫਲਿਆ। ਉਹਨਾਂ ਦੀ ਕੋਈ ਗਿਣਤੀ, ਕੋਈ ਮਿਣਤੀ ਨਹੀਂ, ਕੋਈ ਹਿਸਾਬ ਨਹੀਂ ਕਿ ਕਿੰਨੀਆਂ ਕੁ ਬਰਕਤਾਂ ਲੈ ਕੇ ਗਏ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ। ਉਹ ਤਾਂ ਇਹਨਾਂ ਸਾਰਿਆਂ ਤੋਂ ਹੀ ਉੱਪਰ ਨੇ। ਉਹਨਾਂ ਦਾ ਗੁਰੂ ਅਵਤਾਰ ਹੀ ਹੋਇਆ ਸੰਸਾਰ ਤੇ। ਜਿਹੜਾ ਅਵਤਾਰ ਦਾ ਲਫ਼ਜ਼ੀ ਅਰਥ ਹੈ ਉਹ ਹੈ ਉਤਰਨਾ। ਉਤਰਨਾ ਤੇ ਗਿਰਾਵਟ ਦੀ ਨਿਸ਼ਾਨੀ ਹੁੰਦੀ ਹੈ। ਜਿਵੇਂ ਇੰਗਲਿਸ਼ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ, ਕਿਸੇ ਨੂੰ ਤਰੱਕੀ ਮਿਲ ਜਾਵੇ ਉਸ ਨੂੰ ਪ੍ਰਮੋਸ਼ਨ ਕਹਿ ਦਿੰਦੇ ਹਾਂ, ਕੋਈ ਘੱਟ ਜੇ ਤੁਹਾਨੂੰ ਡਿਮੋਸ਼ਨ ਕਹਿ ਦਿੰਦੇ ਹਾਂ। ਜਿਹੜਾ ਅਵਤਾਰ ਹੈ ਗੁਰੂ ਨਾਨਕ ਦੇਵ ਜੀ ਦੇ ਡਿਮੋਸ਼ਨ ਨਹੀਂ। ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਸੰਸਾਰ ਨੂੰ ਉਤਾਰਨ ਵਾਸਤੇ ਪ੍ਰਕਾਸ਼ ਹੁੰਦਾ ਹੈ। ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਗੁਰੂ ਔਰ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ। ਗੁਰੂ ਨਾਨਕ ਦੇਵ ਗੋਬਿੰਦ ਰੂਪ ਹੈ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਜਿਸ ਨਾਰਾਇਣ ਨੇ ਅਕਾਲ ਪੁਰਖ ਵਾਹਿਗੁਰੂ ਨੇ ਹੀ ਸੰਸਾਰ ਦੇ ਉਧਾਰ ਵਾਸਤੇ ਆਪਣੇ ਆਪ ਨੂੰ ਗੁਰੂ ਨਾਨਕ ਸਰੂਪ ਵਿੱਚ ਪ੍ਰਗਟ ਕੀਤਾ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਆਦ ਨਿਰੰਜਨ ਹੈ ਗੁਰੂ ਨਾਨਕ। ਚੂੜਾਮਣੀ ਭਾਈ ਸੰਤੋਖ ਸਿੰਘ ਜੀ ਦਾ ਕਥਨ ਹੈ, ਆਦ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਜਗ ਆਏ। ਲੋਕ ਸੁਣਿਓ ਪਰ ਲੋਕ ਸੁਣਿਓ, ਵਿਦ ਲੋਕ ਸੁਣਿਓ ਪਰ ਦਰਸ਼ਨ ਪਾਇਓ। ਸਿੱਧ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਉਹ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਹੀ ਸੰਸਾਰ ਦੇ ਉਧਾਰ ਵਾਸਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਖੁਦ ਰੂਪ ਧਾਰਨ ਕੀਤਾ। ਭਾਵ ਕਿ ਅਕਾਲ ਪੁਰਖ ਵਾਲੇ ਗੁਣ ਸੀ ਨਾਨਕ ਪਾਤਸ਼ਾਹ ਦੇ ਵਿੱਚ। ਇਸ ਕਰਕੇ ਉਹਨਾਂ ਦੀ ਹਸਤੀ ਨਾਲ ਕਿਸੇ ਹੋਰ ਅਵਤਾਰ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਕਥਨ ਹੈ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖ ਮੇਰੀ। ਇਹ ਹਕੀਕਤ ਹੈ, ਅਤ ਕਥਨੀ ਨਹੀਂ ਹੈ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜੀ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜੀ। ਜਿਨ ਕਲ ਰਾਖੀ ਮੇਰੀ
राखी मेरी जी। जिन कल राखी मेरी जी, जिन कल राखी मेरी, जिन कल राखी मेरी जी, जिन कल राखी मेरी जी। सब ते वड्डा सतगुरु नानक, सब ते वड्डा सतगुरु नानक, जिन कल राखी मेरी जी। सब ते वड्डा सतगुरु नानक, जिन कल राखी मेरी जी। ਸਭ ਤੋਂ ਵੱਡਾ ਸਤਿਗੁਰੂ ਨਾਨਕ ਕਿਵੇਂ ਵੱਡਾ ਹੈ? ਆਪਾਂ ਵਿਚਾਰ ਕਰ ਰਹੇ ਹਾਂ ਕਿ ਗੁਰੂ ਨਾਨਕ ਦੇਵ ਗੋਬਿੰਦ ਰੂਪ ਹੈ। ਉਹ ਤਾਂ ਨਿਰੰਕਾਰ ਨੇ ਹੀ ਆਪਣੇ ਆਪ ਨੂੰ ਸੰਸਾਰ ਦੇ ਉੱਪਰ ਗੁਰੂ ਰੂਪ ਪ੍ਰਗਟ ਕੀਤਾ ਹੈ। ਤੇ ਵੱਡਾ ਕੌਣ ਹੈ? ਵੱਡਾ ਅਕਾਲ ਪੁਰਖ। ਫਿਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ, ਸਰਗੁਣ ਸਰੂਪ, ਉਹਦੀ ਹਸਤੀ ਵੀ ਵੱਡੀ ਹੈ। ਸਾਧ ਸੰਗਤ ਸੰਸਾਰ ਤੇ ਹੋਰ ਵੀ ਜਿੰਨੇ ਰਹਿਬਰ ਹੋਏ ਨੇ, ਆਪਣੇ ਆਪਣੇ ਥਾਂ ਸਾਰੇ ਹੀ ਪੂਜਨਯੋਗ ਨੇ, ਸਾਰੇ ਹੀ ਸਤਿਕਾਰਯੋਗ ਨੇ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਹ ਕੁਲ ਰਹਿਬਰ ਹੋਏ ਨੇ, ਜਿਨ੍ਹਾਂ ਨੂੰ ਮੁਸਲਮਾਨਾਂ ਨੇ ਵੀ ਔਰ ਹਿੰਦੂਆਂ ਨੇ ਵੀ ਓਨਾ ਹੀ ਸਤਿਕਾਰ ਦਿੱਤਾ। ਦੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਹਿਲਾ ਮਰੀਦ ਕੌਣ ਹੈ? ਹੋਰ ਤੇ ਹੋਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸੰਸਾਰ ਤੇ ਪ੍ਰਕਾਸ਼ ਹੋਇਆ, ਔਰ ਸਭ ਤੋਂ ਪਹਿਲਾਂ ਦੀਦਾਰ ਕਿਹਨੇ ਕੀਤਾ? ਕਿਹਦੇ ਵੱਡੇ ਭਾਗ ਸਨ? ਜਿਸ ਨੇ ਸਭ ਤੋਂ ਪਹਿਲਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਦੀਦਾਰ ਕੀਤਾ, ਉਹਨਾਂ ਦੇ ਸਰਗੁਣ ਸਰੂਪ ਦਾ। ਸਾਧ ਸੰਗਤ ਉਸ ਹੀ ਦਾਈ ਦੌਲਤਾਂ, ਉਸ ਦਾ ਮੁਸਲਮਾਨਾਂ ਦੇ ਘਰ ਦਾ ਜਨਮ। ਔਰ ਜੇ ਕਿਸੇ ਨੇ ਸਭ ਤੋਂ ਪਹਿਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਬਾਕਾਇਦਾ ਤੌਰ 'ਤੇ ਆਪਣਾ ਮੁਰਸ਼ਦ ਮੰਨਿਆ, ਉਹ ਕੌਣ ਸੀ? ਤਲਵੰਡੀ ਦਾ ਹਾਕਮ ਰਾਏ ਬੁਲਾਰ। ਹਾਲਾਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਚਪਨ ਦੇ ਵਿੱਚ ਉਪਦੇਸ਼ ਤੇ ਗੁਰੂ ਗੋਪਾਲ ਪਾਂਧੇ ਨੂੰ ਵੀ ਦਿੱਤਾ, ਪਰ ਸਬੱਬ ਬਣ ਗਿਆ ਬਾਬਾ ਕਾਲੂ ਜੀ ਨੇ ਨਾ ਗੋਪਾਲ ਪਾਂਧੇ ਕੋਲ ਪੜ੍ਹਨੇ ਪਾਇਆ। ਗੋਪਾਲ ਪਾਂਧੇ ਉਹਨਾਂ ਨੂੰ ਦੁਨਿਆਵੀ ਤਾਲੀਮ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਤੇ ਸਮਰੱਥ ਹੋਣ ਦੇ ਨਾਤੇ ਪਹਿਲੇ ਬ੍ਰਹਮ ਵਿਦਿਆ ਪੜ੍ਹੇ ਹੋਏ ਨੇ। ਬ੍ਰਹਮ ਪਾਂਡੇ ਕੋਲ ਤਾਂ ਪੜ੍ਹਨ ਗਏ ਸਨ, ਪਰ ਉਲਟਾ ਉਹਨਾਂ ਨੂੰ ਪੜ੍ਹਾ ਕੇ ਆ ਗਏ। ਜਲਮੋ ਕਸਮਸ ਕਰ ਮਤ ਕਾਗਦ ਕਰਸਾਰ, ਪਉ ਕਲਮ ਕਰ ਚਿਤ ਲਿਖਾਰੇ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾਲਾ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਭਾਵੇਂ ਗੋਪਾਲ ਪੰਧ ਹੈ, ਭਾਵੇਂ ਮੌਲਵੀ ਕੁਤਬਦੀਨ ਹੈ, ਭਾਵੇਂ ਹਰਦਿਆਲ ਪੰਡਿਤ ਹੈ, ਭਾਵੇਂ ਵੈਦ ਹਰਦਾਸ ਹੈ। ਜਦੋਂ ਆਪਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਹਾਂ ਜਾਂ ਉਹਨਾਂ ਦੀ ਬਾਣੀ ਦਾ ਅਧਿਐਨ ਕਰਦੇ ਹਾਂ, ਬਾਣੀ ਦੇ ਵਿੱਚ ਬੜੀ ਜਗ੍ਹਾ ਤੋਂ ਉਹਨਾਂ ਦੀ ਭੂਮਿਕਾ ਆਉਂਦੀ ਹੈ ਗੁਰਸ਼ਬਦ ਦੀ, ਕਿ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗੋਪਾਲ ਪੰਧ ਦੇ ਪਰਥਾਏ, ਇਹ ਮੌਲਵੀ ਕੁਤਬਦੀਨ ਪਰਥਾਏ, ਇਹ ਪੰਡਿਤ ਹਰਦਿਆਲ ਪਰਥਾਏ, ਇਹ ਸ਼ਬਦ ਵੈਦ ਹਰਦਾਸ ਦੇ ਪਰਥਾਏ ਉਚਾਰਨ ਕੀਤਾ। ਉਹ ਤੇ ਸਬੱਬ ਬਣਦਾ ਰਿਹਾ, ਪਰ ਉਚੇਚੇ ਤੌਰ 'ਤੇ ਬਕਾਇਦਾ ਕਿਸੇ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਆਪਣਾ ਮੁਰਸ਼ਿਦ ਮੰਨਿਆ। ਉਹ ਸਾਧ ਸੰਗਤ ਉਹ ਸੀ ਰਾਏ ਬੁਲਾਰ, ਨਵਾਬ ਦੌਲਤ ਖਾਂ, ਸੁਲਤਾਨਪੁਰ ਦਾ ਗਵਰਨਰ। ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ ਕਿ ਇਹ ਨਵਾਬ ਦੌਲਤ ਖਾਂ
ਦੁਨਿਆਵੀ ਰਿਸ਼ਤੇ ਵਜੋਂ ਰਾਏ ਬੁਲਾਰ ਦਾ ਬਹੁਤ ਨਜ਼ਦੀਕੀ ਸੰਬੰਧੀ ਹੈ। ਤਾਂ ਹੀ ਤਾਂ ਰਾਏ ਬੁਲਾਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਭੇਜਿਆ ਸੀ ਸੁਲਤਾਨਪੁਰ ਕਿ ਆਏ ਦਿਨ ਬਾਬਾ ਕਾਲੂ ਜੀ ਉਹਨਾਂ ਨੂੰ ਡਾਂਟਦੇ ਰਹਿੰਦੇ ਨੇ, ਸਧਾਰਨ ਹਸਤੀ ਜਾਣ ਕੇ, ਆਪਣਾ ਪੁੱਤਰ ਜਾਣ ਕੇ ਡਾਂਟਦੇ ਝਿੜਕਦੇ ਨੇ, ਕਦੇ ਚਪੇੜਾ ਮਾਰਦੇ ਨੇ। ਹੋਵੇ ਨਾ ਮੈਂ ਇਹਨਾਂ ਨੂੰ ਇੱਥੋਂ ਭੇਜ ਹੀ ਦੇਵਾਂ, ਉੱਥੇ ਜਾ ਕੇ ਕੋਈ ਅੱਛੀ ਸਰਕਾਰੀ ਨੌਕਰੀ ਕਰਨਗੇ। ਨਵਾਬ ਦੌਲਤ ਖਾਨ ਦੇ ਪਾਸ ਬਤੌਰ ਮੋਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਉੱਥੇ ਸਰਕਾਰੀ ਮਿਲ ਗਈ, ਨੌਕਰੀ ਮਿਲ ਗਈ। ਨਵਾਬ ਦੌਲਤ ਖਾਨ ਨੂੰ ਭਾਈ ਗੁਰਦਾਸ ਜੀ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਲਿਸਟ ਦੇ ਸ਼ਾਮਿਲ ਕੀਤਾ, ਸਿੱਖਾਂ ਦੀ ਲਿਸਟ ਦੇ ਵਿੱਚ। ਉਹਨਾਂ ਦੇ ਮੁਰੀਦ ਨਵਾਬ ਦੌਲਤ ਖਾਨ ਉਸ ਸਮੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਮੁਰੀਦ, ਦਾਈ ਦੌਲਤਾਂ, ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਲੇ। ਹੋਰ ਵੀ ਬੜੀਆਂ ਉਦਾਹਰਨਾਂ ਨੇ, ਮਿਸਾਲਾਂ ਦਿੱਤੀਆਂ ਜਾ ਸਕਦੀਆਂ ਨੇ। ਸਾਰੇ ਮੁਸਲਮਾਨ ਹੀ ਜ਼ਿਆਦਾਤਰ ਸਨ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਨੂੰ ਵੀ ਸਨਮਾਨ ਦਿੱਤਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਮਨੋਰਥ ਸੀ ਸੰਸਾਰ ਤੇ ਆਉਣ ਦਾ, ਧਰਮ ਨੂੰ ਸਥਾਪਿਤ ਕਰਨਾ। ਧਰਮ ਨੂੰ ਸਥਾਪਿਤ ਕਰਨ ਵਾਸਤੇ ਜਿਹੜੇ ਧਰਮ ਸਥਾਨ ਨੇ ਉਹਨਾਂ ਦੀ ਸਾਰ ਲੈਣੀ ਵੀ ਜ਼ਰੂਰੀ ਸੀ। ਐਸਾ ਨਹੀਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇਕੱਲੇ ਹਿੰਦੂਆਂ ਦੇ ਤੀਰਥਾਂ ਤੇ ਗਏ, ਜਿਹੜੇ ਮੁਸਲਮਾਨਾਂ ਦੇ ਤੀਰਥ ਉੱਥੇ ਵੀ ਗਏ। ਗੁਰੂ ਨਾਨਕ ਦੇਵ ਜੀ ਮੱਕੇ ਵੀ ਗਏ। ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਛ ਕੂਜਾ ਬਾਂਕ ਮਸੱਲਾ ਧਾਰੀ। ਕਈ ਵਾਰ ਇਹ ਪ੍ਰਕਰਨ ਸੁਣਿਆ ਹੋਊਗਾ। ਫਿਰ ਬਾਬਾ ਗਿਆ ਬਗਦਾਦ, ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ। ਅਰਥਾਤ ਉਹਨਾਂ ਜਿੰਨੇ ਵੱਡੇ ਵੱਡੇ ਧਰਮ ਸਥਾਨ ਸਾਰਿਆਂ ਤੇ ਗਏ, ਹਿੰਦੂਆਂ ਦੇ ਵੀ ਤੀਰਥਾਂ ਤੇ ਗਏ, ਭਾਵੇਂ ਜਗਨਨਾਥਪੁਰੀ, ਭਾਵੇਂ ਕੈਲਾਸ਼ ਪਰਬਤ ਤੇ, ਮਾਨ ਸਰੋਵਰ ਤੇ, ਭਾਵੇਂ ਹਰਿਦੁਆਰ, ਕੁਰੂਕਸ਼ੇਤਰ, ਜਿਤਨੇ ਵੀ ਉਸ ਸਮੇਂ ਦੇ ਪ੍ਰਸਿੱਧ ਤੀਰਥ ਸਨ। ਸਾਧ ਸੰਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰੇ ਤੀਰਥਾਂ ਤੇ ਗਏ, ਭਾਵੇਂ ਕੋਈ ਹਿੰਦੂਆਂ ਦਾ ਸਨ, ਭਾਵੇਂ ਮੁਸਲਮਾਨਾਂ ਦਾ ਧਰਮ ਸਥਾਨ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣਾ ਉਪਦੇਸ਼, ਆਪਣਾ ਸੰਦੇਸ਼ ਸਮੁੱਚੇ ਤੌਰ ਤੇ ਮਨੁੱਖਤਾ ਨੂੰ ਦਿੱਤਾ ਹੈ। ਉਹ ਇਨਸਾਨ ਦੀ ਜਾਤ ਇੱਕੋ ਮੰਨਦੇ ਸਨ ਕਿ ਪਰਮਾਤਮਾ ਨੇ ਤਾਂ ਸਭ ਨੂੰ ਇਨਸਾਨ ਹੀ ਬਣਾ ਕੇ ਭੇਜਿਆ। ਹਿੰਦੂ ਮੁਸਲਮਾਨ ਤਾਂ ਬਾਅਦ ਦੀ ਗੱਲ ਹੈ, ਹਿੰਦੂ ਮੁਸਲਮਾਨ ਬਣਾ ਕੇ ਨਹੀਂ ਭੇਜਿਆ, ਇਹ ਤਾਂ ਬਾਅਦ ਦੀਆਂ ਗੱਲਾਂ ਨੇ। ਪਹਿਲਾਂ ਸੰਸਾਰ ਤੇ ਜਨਮ ਲੈਣ ਵੇਲੇ ਇਨਸਾਨ ਬਣਾ ਕੇ ਭੇਜਿਆ। ਸੋ ਪਰਮਾਤਮਾ ਤੇ ਸਾਰਿਆਂ ਨੂੰ ਸੰਸਾਰ ਤੇ ਇਨਸਾਨ ਬਣਾ ਕੇ ਭੇਜਦਾ ਹੈ। ਜਿਹੜਾ ਪਹਿਲਾ ਉਪਦੇਸ਼ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ, ਨਾ ਕੋ ਹਿੰਦੂ ਨਾ ਮੁਸਲਮਾਨ। ਸੁਲਤਾਨਪੁਰ ਦੇ ਸ਼ਮਸ਼ਾਨ ਭੂਮਿਕਾ ਦੇ ਵਿੱਚ ਬੈਠ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕੀ ਕਹਿ ਰਹੇ ਨੇ ਕਿ ਪਰਮਾਤਮਾ ਨੇ ਸਭ ਨੂੰ ਇਨਸਾਨ ਬਣਾ ਕੇ ਭੇਜਿਆ ਕਿ ਪਹਿਲਾਂ ਇਨਸਾਨ ਬਣ ਜਾਓ, ਉਸ ਤੋਂ ਬਾਅਦ ਫਿਰ ਚੰਗੇ ਮੁਸਲਮਾਨ, ਹਿੰਦੂ, ਸਿੱਖ ਬਣ ਸਕਦੇ ਹੋ। ਜੇ ਇਨਸਾਨ ਹੀ ਨਹੀਂ ਤਾਂ ਫਿਰ ਹਿੰਦੂ ਮੁਸਲਮਾਨ ਵੀ ਨਹੀਂ ਬਣ ਸਕਦੇ। ਬੜਾ ਔਖਾ ਹੈ ਕੋਈ ਧਰਮੀ ਅਕਸ਼ਰ ਕਹਾਉਣਾ, ਕਿਉਂਕਿ ਧਰਮੀ ਅਸੀਂ ਤਾਂ ਹੋ ਸਕਦੇ ਜਦੋਂ ਅਸੀਂ ਉਹਨੂੰ ਪੂਰਾ ਆਪਣਾ ਸਮਰਪਿਤ ਕਰ ਦਈਏ। ਉਹਨਾਂ ਦਾ ਉਪਦੇਸ਼ ਸਭਨਾਂ ਲਈ ਸਾਂਝਾ ਹੈ। ਚਾਰੇ ਵਰਨ ਵੀ ਪੜ੍ਹੇ ਉਹਨਾਂ ਨੇ, ਕੋਈ ਵੇਦ ਨਹੀਂ ਛੱਡਿਆ, ਸਾਰੇ ਵੇਦ ਪੜ੍ਹੇ, ਸਾਰੇ ਗ੍ਰੰਥ ਵੀ ਪੜ੍ਹੇ। ਜੇ ਅਗਰ ਉਹ ਇੱਕ ਪੱਖ ਦੇ ਹੁੰਦੇ ਤਾਂ ਉਹਨਾਂ ਨੇ ਕੋਈ ਇੱਕ ਹੀ ਗ੍ਰੰਥ ਪੜ੍ਹਦੇ, ਇੱਕ ਧਰਮ ਦਾ ਗ੍ਰੰਥ ਪੜ੍ਹਦੇ। ਉਸ ਸਮੇਂ ਦੇ ਜਿਹੜੇ ਬ੍ਰਾਹਮਣ ਕਹਾਉਣ ਵਾਲੇ, ਜਾਂ ਕਹਿ ਲਓ ਉਸ ਸਮੇਂ ਦਾ ਜਿਹੜਾ ਪੁਜਾਰੀ, ਉਹਨਾਂ ਨੇ ਲਹਿਦਾ ਸਾਰਿਆਂ ਨੂੰ ਜਾਤ ਪਾਤ ਦੇ ਹਿਸਾਬ ਨਾਲ ਵੰਡਿਆ। ਆਪਣੇ ਆਪ ਨੂੰ ਸ਼੍ਰੋਮਣੀ ਕਹਾਉਂਦੇ ਸਨ ਕਿ ਅਸੀਂ ਕਥਾ ਪੜ੍ਹਨੀ ਔਰ ਪੜ੍ਹਾਉਣੀ, ਦਾਨ ਦੇਣਾ ਔਰ ਲੈਣਾ, ਯੱਗ ਕਰਨੇ ਔਰ ਕਰਾਉਣੇ। ਫਿਰ ਉਹਨਾਂ ਵਾਸਤੇ 3 ਕਰਮ ਨਿਯਤ ਕਰ ਦਿੱਤੇ ਕਿ ਤੁਸੀਂ ਪੜ੍ਹ ਸਕਦੇ, ਪੜ੍ਹਾ ਨਹੀਂ ਸਕਦੇ, ਦਾਨ ਦੇ ਸਕਦੇ ਹੋ ਪਰ ਲੈ ਨਹੀਂ ਸਕਦੇ, ਉਹ ਸਿਰਫ ਅਸੀਂ ਹੀ ਲੈ ਸਕਦੇ ਹਾਂ। ਯੱਗ ਕਰ ਸਕਦੇ ਹੋ ਪਰ ਤੁਹਾਨੂੰ ਅਧਿਕਾਰ ਨਹੀਂ ਕਿ ਤੁਸੀਂ ਯੱਗ ਕਰਵਾ ਸਕੋ, ਕਿ ਕਿਸੇ ਵੀ ਮੰਤਰਾਂ ਦਾ ਉਚਾਰਨ ਤੁਹਾਨੂੰ ਕੋਈ ਅਧਿਕਾਰ ਨਹੀਂ। ਬਸ ਇੱਕ ਉਹਨਾਂ ਨੂੰ ਕਰਮ ਦੇ ਦਿੱਤਾ ਕਿ ਤੁਸੀਂ ਪਰਜਾ ਦੀ ਰੱਖਿਆ ਕਰਨੀ, ਵੈਸ਼ ਕਿ ਤੁਸੀਂ ਖੇਤੀਪੱਤੀ ਕਰਨੀ। ਜਿਹੜੇ ਖੇਤੀਪੱਤੀ ਵਾਲੇ ਨੇ, ਜੱਟ ਹੋ ਗਏ, ਇਹ ਸਾਰੇ ਵੈਸ਼ ਦੇ ਵਿੱਚ ਆਉਂਦੇ ਨੇ। ਫਿਰ ਉਸ ਤੋਂ ਨੀਚੇ ਸ਼ੂਦਰ, ਜਿਨ੍ਹਾਂ ਨੇ ਕਿ ਸਿਰਫ ਸਾਰੇ ਵਰਨਾਂ ਦੀ ਸੇਵਾ ਕਰਨੀ ਹੈ। ਪੜ੍ਹਨਾ ਲਿਖਣਾ, ਦਾਨ ਕਰਨਾ, ਲੈਣਾ ਤਾਂ ਦੂਰ ਦੀ ਗੱਲ ਹੈ, ਸਿਰਫ ਲੋਕਾਂ ਦੀ ਸੇਵਾ ਕਰਨੀ।
ਸੋ ਸਾਧ ਸੰਗਤ ਮਹਾਰਾਜ ਨੇ ਇਹ ਸਾਰੇ ਵਰਨ ਵੰਡ ਨੂੰ ਮੰਨਿਆ ਨਹੀਂ। ਕਿਸੇ ਵੀ ਵਰਨ ਵੰਡ ਨੂੰ ਨਾ ਮੰਨ ਕੇ ਉਹਨਾਂ ਨੇ ਇੱਕੋ ਗੱਲ ਕਿਹਾ, ਨਾ ਕੋਈ ਹਿੰਦੂ ਨਾ ਮੁਸਲਮਾਨ। ਤਾਂ ਮਹਾਰਾਜ ਨੇ ਬਸ ਇੱਕੋ ਗੱਲ ਆਖੀ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸੰਗ ਸਾਂਝਾ। ਇਸ ਵਰਨ ਵੰਡ ਨੂੰ ਨਾ ਮੰਨ ਕੇ ਬਸ ਇਨਸਾਨ ਦੀ ਹੀ ਕਦਰ ਕੀਤੀ ਹੈ। ਬਸ ਇੱਕੋ ਅਕਾਲ ਪੁਰਖ ਵਾਹਿਗੁਰੂ ਦੇ ਦਰਗਾਹ ਦੇ ਵਿੱਚ ਇਹ ਨਹੀਂ ਪੁੱਛਿਆ ਜਾਣਾ ਕਿ ਕੌਣ ਹਿੰਦੂ ਕੌਣ ਮੁਸਲਮਾਨ। ਬਸ ਇਹ ਪੁੱਛਿਆ ਜਾਣਾ ਵਾ ਕਿ ਕਿੰਨੇ ਚੰਗੇ ਕਰਮ ਕੀਤੇ ਨੇ, ਅੱਗੇ ਜਾਤ ਨਾ ਜ਼ੋਰ ਹੈ। ਕਿ ਕਿਸੇ ਨੇ ਵੀ ਇਹ ਨਹੀਂ ਪੁੱਛਣਾ ਕਿ ਹਾਂ ਵੀ ਤੂੰ ਕਿਹੜੇ ਧਰਮ ਤੋਂ, ਜਿਹੜੇ ਤੇਰੇ ਕਰਮ ਕੀਤੇ ਹੋਣਗੇ ਤੇਰੇ ਕਰਮਾਂ ਤੋਂ ਪਤਾ ਲੱਗਣਾ ਕਿ ਤੂੰ ਕਿਹੜੇ ਧਰਮ ਤੋਂ ਔਰ ਇਨਸਾਨ ਹੈਗਾ ਵੀ ਕਿ ਨਹੀਂ। ਸਭ ਤੋਂ ਵੱਡਾ ਧਰਮ ਇਨਸਾਨੀਅਤ ਦਾ। ਮਹਾਰਾਜ ਦਾ ਉਪਦੇਸ਼, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮੈਂ ਘਟ ਘਟ ਨਾਨਕ ਮਾਂਝਾ। ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਉਪਦੇਸ਼ ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ। ਸਾਧ ਸੰਗਤ ਉਸ ਸਮੇਂ ਸ਼ਾਸਤਰਾਂ ਨੂੰ ਪੜ੍ਹਨ ਤੇ ਬੰਦਿਸ਼ਾਂ ਸਨ ਕਿ ਇਹ ਜਾਤੀ ਵਾਲੇ ਪੜ੍ਹ ਸਕਦੇ ਨੇ, ਜਾਤੀ ਵਾਲੇ ਨਹੀਂ ਪੜ੍ਹ ਸਕਦੇ। ਕਿਸੇ ਨੂੰ ਪੜ੍ਹਨ ਸੁਣਨ ਦਾ ਅਧਿਕਾਰ ਨਹੀਂ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਪਦੇਸ਼ ਕੋਈ ਗਾਵੇ ਕੋ ਸੁਣੇ, ਭਾਵੇਂ ਕੋਈ ਗਾ ਲਵੇ, ਭਾਵੇਂ ਕੋਈ ਸੁਣ ਲਵੇ, ਭਾਵੇਂ ਕੋਈ ਪੜ੍ਹ ਲਵੇ, ਕਿਸੇ ਵਾਸਤੇ ਬੰਦਿਸ਼ ਨਹੀਂ। ਇਹ ਸਮੁੱਚੀ ਮਨੁੱਖਤਾ ਵਾਸਤੇ ਹੈ। ਉਪਦੇਸ਼ ਚੌ ਵਰਨਾ ਕੋ ਸਾਂਝਾ, ਚੌ ਵਰਨਾ ਵਾਸਤੇ ਸਾਂਝਾ ਹੀ ਉਪਦੇਸ਼ ਹੈ। ਐਸਾ ਸਾਂਝਾ ਉਪਦੇਸ਼ ਹੋਰ ਕਿਸੇ ਨੂੰ ਨਹੀਂ ਦਿੱਤਾ, ਕਿਸੇ ਗੁਰੂ ਨੇ ਨਹੀਂ ਦਿੱਤਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ। ਇਹ ਸਿਰਫ ਉਹਨਾਂ ਪੈਰੋਕਾਰ ਵਾਸਤੇ ਨਹੀਂ, ਇਹ ਸਭ ਦੇ ਵਾਸਤੇ ਹੈ। ਸਾਰਿਆਂ ਨੂੰ ਇਹੀ ਉਪਦੇਸ਼ ਮਿਲਿਆ ਵਾ, ਭਾਵੇਂ ਕੋਈ ਸਿੱਖ ਹੈ, ਭਾਵੇਂ ਕੋਈ ਹਿੰਦੂ ਹੈ, ਮੁਸਲਮਾਨ। ਮਤਲਬ ਭਾਵ ਕਿ ਗੁਰੂ ਨਾਨਕ ਪਾਤਸ਼ਾਹ ਨੇ ਇਨਸਾਨਾਂ ਨੂੰ ਉਪਦੇਸ਼ ਦਿੱਤਾ ਹੈ। ਹੁਣ ਕਈ ਮੰਦਿਰ ਇਹੋ ਜਿਹੇ ਵੀ ਨੇ, ਪਰ ਹੁਣ ਜਾਗਰਤੀ ਆ ਗਈ ਹੈ। ਪਰ ਕਈ ਮੰਦਿਰ ਇਹੋ ਜਿਹੇ ਵੀ ਨੇ ਕਿ ਕਈਆਂ ਤੇ ਕਿਸੇ ਨੂੰ ਜਾਣਾ ਅਥੋਰਿਟੀ ਨਹੀਂ ਹੈ। ਪਰ ਉਸ ਸਮੇਂ ਨੂੰ ਦੇਖਦੇ ਮਹਾਰਾਜ ਨੇ ਜੋ ਵੀ ਉਸ ਸਮੇਂ ਬਾਣੀ ਰਚੀ ਕਿ ਉਹ ਦਰ ਜਿੱਥੇ ਉਸ ਅਕਾਲ ਪੁਰਖ ਦਾ ਦਰ, ਜਿੱਥੇ ਕਿਸੇ ਦਾ ਜਾਤ ਪਾਤ ਨਹੀਂ ਦੇਖੀ ਜਾਂਦੀ, ਬਸ ਉਹਦੇ ਕਰਮ ਦੇਖੇ ਜਾਂਦੇ। ਹੱਜ ਦੇ ਵਿੱਚ ਜਾਣਾ ਪੈਂਦਾ ਹੈ, ਪ੍ਰੂਫ ਕਰਨਾ ਪੈਂਦਾ ਕਿ ਮੁਸਲਮਾਨ ਹੋ ਕਿ ਨਹੀਂ, ਮੁਹੰਮਦ ਸਾਹਿਬ ਦੇ ਪੈਰੋਕਾਰ ਹੋ ਕਿ ਨਹੀਂ। ਉੱਥੋਂ ਦਾ ਹੱਜ ਕੇਵਲ ਮੁਸਲਮਾਨ ਹੀ ਕਰ ਸਕਦਾ, ਗੈਰ ਮੁਸਲਮਾਨ ਨਹੀਂ ਕਰ ਸਕਦਾ। ਤੇ ਗੁਰੂ ਨਾਨਕ ਦਾ ਦਰ, ਇੱਥੇ ਕਿਸੇ ਨੂੰ ਵਰਜਿਆ ਨਹੀਂ ਜਾਂਦਾ। ਕੋਈ ਹਿੰਦੂ ਆਵੇ, ਮੁਸਲਮਾਨ ਆਵੇ, ਕੋਈ ਬੋਧੀ, ਜੈਨੀ, ਪਾਰਸੀ, ਈਸਾਈ ਆਵੇ, ਗੁਰੂ ਨਾਨਕ ਦੇਵ ਜੀ ਦੇ ਘਰ ਚਾਰੇ ਬੂਹੇ ਸਾਰਿਆਂ ਲਈ ਖੁੱਲ੍ਹੇ ਨੇ, ਸਭਨਾਂ ਨੂੰ ਮਾਣ ਮਿਲਦਾ ਹੈ। ਗੁਰੂ ਕੇ ਲੰਗਰ ਵੀ, ਪ੍ਰਸ਼ਾਦ ਪਾਣੀ, ਸਾਰਾ ਕੁਝ ਬਰਾਬਰ ਹੀ ਮਿਲਦਾ ਨਾ, ਕਿਸੇ ਨੂੰ ਵੱਧ ਘੱਟ ਨਹੀਂ, ਜਿੰਨਾ ਕਿਸੇ ਨੂੰ ਚਾਹੀਦਾ। ਕੋਈ ਵੀ ਗੁਰਬਾਣੀ ਸੁਣ ਸਕਦਾ, ਕੋਈ ਵੀ ਉਸ ਨੂੰ ਵਿਚਾਰ ਸਕਦਾ, ਕੋਈ ਵੀ ਉਸ ਨੂੰ ਅਪਣਾ ਸਕਦਾ, ਕੋਈ ਵੀ ਆ ਕੇ ਮਹਾਰਾਜ ਦੇ ਦਰਾਂ 'ਚ ਬੈਠ ਸਕਦਾ। ਤੇ ਸਾਧ ਸੰਗਤ ਤਾਂ ਹੀ ਸਾਹਿਬ ਗੁਰੂ ਨਾਨਕ, ਤਾਂ ਹੀ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਹਾ ਹੈ, ਸਭ ਤੋਂ ਵੱਡਾ ਸਤਿਗੁਰੂ ਨਾਨਕ। ਬਾਕੀ ਵੀ ਰਹਿਬਰ ਰਿਸ਼ੀ ਮੁਨੀ ਅਵਤਾਰ
ਹੋਏ ਨੇ, ਪਰ ਸੰਸਾਰ ਛੱਡਦਾ ਦੇਖ ਕੇ ਛੱਡ ਕੇ ਦੌੜ ਗਏ। ਜੇ ਸੰਸਾਰ ਦੇ ਦੁੱਖ ਨਿਵਰਤ ਕਰਨੇ ਤਾਂ ਆਪਣੇ ਸੁੱਖ ਚੈਨ ਛੱਡਣਾ ਪੈਂਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਸੁੱਖ ਛੱਡੇ। ਸਾਧ ਸੰਗਤ ਸਿਰਫ 5 ਮਿੰਟ ਆਪਾਂ ਹੋਰ ਵਿਚਾਰ ਕਰਨੀ ਹੈ, ਜਲਦੀ ਤੋਂ ਜਲਦੀ ਸਮਾਪਤੀ ਕਰੀਏ। ਕਿੰਨਾ ਮਹਾਰਾਜ ਨੇ ਦੇਖੋ ਆਪਣਾ ਪਰਿਵਾਰ ਛੱਡ ਦਿੱਤਾ, ਭਰਿਆ ਫੁੱਲਿਆ ਪਰਿਵਾਰ ਛੱਡ ਦਿੱਤਾ, ਆਪਣੀ ਨੌਕਰੀ ਛੱਡਤੀ, ਆਪਣਾ ਮੁਰਾਤਬਾ ਛੱਡਤਾ, ਪਿਆਰ ਸਾਰਿਆਂ ਦਾ ਛੱਡਤਾ। ਕਿਉਂ? ਤਾਂ ਕਿ ਸੰਸਾਰ ਨੂੰ ਸੁੱਖ ਚੈਨ ਦੇ ਸਕਣ। ਸੰਸਾਰ ਜਿਹੜਾ ਵਾ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਭੜਕਦਾ ਪਿਆ ਸੀਗਾ, ਉਸ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਉਣ ਲਈ ਮਹਾਰਾਜ ਨੇ ਆਪਣੇ ਦੁਨਿਆਵੀ ਵਸਤਰ ਉਤਾਰੇ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋ ਗੁਰ ਗੁਬਾਰ ਹੈ ਕਰਦੀ ਸੁਣੀ ਲੁਕਾਈ। ਦੁਨੀਆ ਦੀ ਇੱਕ ਪੁਕਾਰ ਨੂੰ, ਦੁਨੀਆ ਜਿਹੜੀ ਰੋ ਰਹੀ ਹੈ, ਵਰਨ ਵੰਡ ਦੇ ਵਿੱਚ ਰੋ ਰਹੀ ਹੈ, ਪਖੰਡਾਂ ਦੇ ਵਿੱਚ ਰੋ ਰਹੀ ਹੈ, ਉਸ ਚੀਜ਼ ਨੂੰ ਖਤਮ ਕਰਨ ਲਈ ਪਾਤਸ਼ਾਹ ਨੇ ਦੇਖਿਆ ਕਿ ਇਹ ਬਹੁਤ ਗਲਤ ਹੋ ਰਿਹਾ ਤੇ ਉਹਨਾਂ ਨੇ ਸੰਸਾਰੀ ਪਹਿਰਾਵਾ ਲਾ ਕੇ ਆਪਣਾ ਧਾਰਮਿਕ ਪਹਿਰਾਵਾ ਪਾਇਆ। ਜਿਹੜੇ ਵੀ ਸਥਾਨ 'ਤੇ ਜਾਣਾ, ਜਿਹੜੇ ਧਰਮ ਸਥਾਨ 'ਤੇ ਜਾਣਾ, ਉਹੋ ਜਿਹਾ ਉਹਨਾਂ ਨੇ ਪਹਿਰਾਵਾ ਪਾਇਆ, ਤਾਂ ਜੋ ਕਿ ਉਸ ਚੀਜ਼ ਦੇ ਵਿੱਚ ਵੜ ਕੇ ਉਸ ਚੀਜ਼ ਨੂੰ ਸਮਝ ਸਕਣ, ਤਾਂ ਉਸ ਚੀਜ਼ 'ਤੇ ਜੋ ਵੀ ਉੱਤੇ ਗਲਤ ਹੋ ਰਿਹਾ ਵਾ ਉਸ ਨੂੰ ਸਹੀ ਕਰ ਸਕਣ ਜਾਂ ਉਸ ਚੀਜ਼ ਦਾ ਪ੍ਰਚਾਰ ਕਰ ਸਕਣ। ਤੇ ਆਓ ਸਾਧ ਸੰਗਤ ਬੜੀਆਂ ਉਦਾਹਰਨਾਂ ਮਿਸਾਲਾਂ ਦੇ ਕੇ ਸਮਝਾਉਂਦੇ ਨੇ, ਕਿਉਂਕਿ ਸਮਾਂ ਹੁਣ ਅੱਗੇ ਇਜਾਜ਼ਤ ਨਹੀਂ ਦਿੰਦਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹ ਹਸਤੀ ਜਿਨ੍ਹਾਂ ਦੀ ਬਾਬਤ ਭੱਟਾਂ ਨੇ ਕੀ ਕਥਨ ਕੀਤਾ? ਗਾਵੋ ਗੁਣ ਪਰਮ ਸੁਖ ਸਾਗਰ, ਜੋਗੀ ਜੰਗਮ ਧਿਆਨ ਧਰੇ, ਗਾਵੇ ਗੰਭੀਰ ਧੀਰ ਮਤ ਸਾਗਰ, ਗਾਵੋ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ, ਗਾਵੇ ਇੰਦਰ ਭਗਤ ਪ੍ਰਹਿਲਾਦਿਕ, ਆਤਮ ਰਸ ਜਿਨ ਜਾਣਿਓ, ਕਬ ਕਲ ਸੁਜਸ ਗਾਵੋ, ਗੁਰੂ ਨਾਨਕ ਰਾਜ ਜੋਗ ਜਿਨ ਮਾਣ। ਭਾਵ ਕਿ ਸਿੱਧ ਛਪ ਬੈਠੇ ਪਰਬਤੀ, ਕੌਣ ਜਗਤਰ ਕੋ ਪਾਰ ਉਤਾਰਾ, ਕਿ ਸਾਰੇ ਸਿੱਧ ਪਰਬਤਾਂ 'ਚ ਜਾ ਕੇ ਲੁਕ ਗਏ, ਪਰ ਮਹਾਰਾਜ ਕਹਿੰਦੇ ਨਹੀਂ, ਲੁਕਣਾ ਨਹੀਂ ਹੈ, ਜੋ ਗਲਤ ਹੋ ਰਿਹਾ ਉਸ ਚੀਜ਼ ਬਾਰੇ ਬੋਲਣਾ। ਗੁਰੂ ਗੋਬਿੰਦ ਸਿੰਘ ਜੀ ਕੀ ਕਹਿ ਰਹੇ ਨੇ? ਪ੍ਰਗਟੇ ਨਾਨਕ ਰਾਏ, ਮਤਲਬ ਕਿ ਉਹਨਾਂ ਨੇ ਜਦੋਂ ਉਹਨਾਂ ਨੇ ਹੱਡ ਬੀਤੀ ਲਿਖੀ ਤਾਂ ਉਹਦੇ 'ਚ ਉਹਨਾਂ ਨੇ ਆਪਣੇ ਬੇਦੀ ਕੁਲ ਦਾ, ਸੋਢੀ ਕੁਲ ਦਾ ਸਾਰਾ ਵਰਣਨ ਕੀਤਾ। ਉਹ ਦੱਸਿਆ ਕਿ ਵੀ ਪਹਿਲੇ ਸਮੇਂ ਦੇ ਵਿੱਚ ਜਿਵੇਂ ਵੀ ਉਦੋਂ ਲੋਕ ਕਹਿੰਦੇ ਸੀਗੇ, ਉਦੋਂ ਸ਼ਾਸਤਰ ਕਹਿੰਦੇ ਸੀ ਨਾਨਕ ਦਾ ਅਵਤਾਰ ਹੋਊਗਾ ਇਸ ਸੰਸਾਰ ਦੇ ਵਿੱਚ, ਜਿਹੜਾ ਕਿ ਸੰਸਾਰ ਨੂੰ ਤਾਰੂਗਾ, ਜਿਹੜਾ ਸੰਸਾਰ ਦੇ ਕਰਮ ਕਾਂਡਾਂ ਨੂੰ ਖਤਮ ਕਰੂਗਾ, ਸੰਸਾਰ ਨੂੰ ਸਿੱਧੇ ਰਾਸਤੇ ਪਾਊਗਾ, ਜਿਹੜਾ ਪੁਜਾਰੀ ਵੱਲੋਂ ਵਰਨ ਵੰਡ ਕੀਤਾ ਹੋਇਆ ਸੀਗਾ ਉਸ ਚੀਜ਼ ਨੂੰ ਖਤਮ ਕਰੂਗਾ। ਗਾਵੋ ਸੰਗ ਤੇ ਜੀ ਗੁਣ ਪੂਰਿਆ ਗੁਰਾਂ ਦੇ, ਗਾਵੋ ਸੰਗ ਤੇ ਜੀ ਗੁਣ ਪੂਰਿਆ ਗੁਰਾਂ ਦੇ, ਪੂਰਿਆ ਗੁਰਾਂ ਦੇ ਗੁਣ, ਪੂਰਿਆ ਗੁਰਾਂ ਦੇ, ਪੂਰਿਆ ਗੁਰਾਂ ਦੇ ਗੁਣ, ਪੂਰਿਆ ਗੁਰਾਂ ਦੇ। ਗਾਵੋ ਸੰਗ ਤੇ ਜੀ ਗੁਣ ਪੂਰਿਆ ਗੁਰਾਂ ਦੇ, ਗਾਵੋ ਸੰਗ ਤੇ ਜੀ ਗੁਣ ਪੂਰਿਆ ਗੁਰਾਂ ਦੇ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਮ, ਨਾਨਕ ਪੂਰਾ ਪਾਇਆ, ਬਸ ਉਸ ਪੂਰੇ ਦੇ ਗੁਣ ਗਾਓ, ਉਸ ਨੂੰ ਸਮਝੋ।